ਇਹ ਝਗੜਾ ਕੌਣ ਨਵੇੜੂਗਾ? ਤੇ ਸੰਤਾਂ ਮੂਰੇ ਕਿਹਾ ਆਖੇ ਝਗੜਾ ਏਕ ਨਵੇੜੋ ਰਾਮ, मेरा और जन्म से नहीं काम। और जन्म ਲਈ मेरा कोई कामना ना रवे ਤੇ ਇਹ ਝਗੜਾ ਨਵੇੜ ਦਿਓ। तो उन्होंने क्या कौन नवेड़ेगा? आखिर मूर्ख गणत गणाए, मैं इन्ने जग कीते, मैं इन्ने भंडारे कीते, मैं लंगर च दाने पा के आया, मैं ਲੱਕੜਾਂ ਦੀ ਟਰਾਲੀ ਕੱਲੀ। ਇਹ ਗਿਣਤੀ ਹੈ ਜਿਹੜੀ ਸਾਰੀ ਝਗੜਾ। ਤਾਂ ਇਹਨਾਂ ਨੂੰ ਬਾਣੀ ਕੀ ਆਦੀ ਹੈ? ਆਖੇ ਮੂਰਖ ਗਣਤ ਗਣਾਏ, ਝਗੜਾ ਪਾਇਆ, ਸਤਿਗੁਰ ਹੱਥ ਨਵੇੜ ਝਗੜ ਚੁਕਾਇਆ। ਇਹ ਸਤਿਗੁਰੂ ਦੇ ਹੱਥ 'ਚ ਨਵੇੜਾ ਕਰਨ ਦੀ ਤਾਕਤ ਹੈ। ਤਾਂ ਅੰਤ ਨੂੰ ਇਹ ਨਿਕਲਦਾ ਹੈ ਵੀ ਸਤਿਗੁਰੂ ਇਹਨਾਂ ਨੂੰ ਪਤਾ ਨਹੀਂ ਲੱਗਿਆ ਸਤਿਗੁਰ ਕਿਸ ਨੂੰ ਕਹਿੰਦੇ। ਫਿਰ ਵੀ ਅਜੇ ਸਿੱਖ ਪੰਥ ਦੇ ਵਿੱਚ ਬਹੁਤ ਤਕੜੇ ਗਿਆਨੀ ਮਹਾਤਮਾ ਹੋਏ, ਔਰ ਹਰੇਕ ਫਿਰਕੇ ਦੇ ਵਿੱਚ ਚੋਟੀ ਚੋਟੀ ਦੇ ਮਹਾਤਮਾ ਹੋਏ। ਤਾਂ ਅੰਤ ਨੂੰ ਗੁਰੂਆਂ ਨੇ ਕਹਿਤਾ ਉਹ ਬਈ ਇਹ ਲੱਖਾਂ ਦੀ ਗਿਣਤਾ ਦੇ ਵਿੱਚ ਵੀ ਲੋਕ ਇਕੱਠੇ ਹੋ ਜਾਣ, ਇਹ ਜਾਣ ਨਹੀਂ ਸਕਦੇ। ਕਿਉਂ? ਅਖੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਜਿਹੜੇ ਬ੍ਰਹਮ ਗਿਆਨੀ ਪੁਰਸ਼ ਹੈ ਉਹਨਾਂ ਦੀ ਗਤੀ ਨੂੰ ਉਹ ਜਾਣਨਗੇ। ਉਹ ਇੱਕ ਗਾਥਾ ਦਾ ਰੂਪ ਹੀ ਆ ਗਿਆ। ਮੈਂ ਕਿਸੇ ਗੁਰਦੁਆਰੇ ਕਥਾ ਕਰਾਂ ਤੇ ਉਹ ਨਾਲ ਦੇ ਗੁਰਦੁਆਰੇ ਕਥਾ ਕਰਦਾ ਸੀ। ਤੇ ਜਦੋਂ ਮੇਰਾ ਕਥਾ ਦਾ ਟਾਈਮ ਸੀ ਉੱਥੋਂ ਆਪਣੇ ਨਵੇੜ ਕੇ ਤੇ ਆ ਕੇ ਸੁਣਨ ਆ ਜਾਂਦਾ। ਤੇ ਉਹ ਦੂਜੇ ਕਹਿਣ ਲੱਗੇ ਯਾਰ ਤੂੰ ਵੀ ਕਥਾ ਕਰ ਹੈ ਤੇ ਇਹ ਵੀ ਕਥਾ ਸੁਣਾਉਂਦਾ ਹੈ ਤੇ ਤੁਸੀਂ ਉੱਥੋਂ ਛੱਡ ਕੇ ਭੱਜ ਕੇ ਇੱਥੇ ਆ ਜਾਂਦੇ ਕਥਾ ਸੁਣਨ। ਤਾਂ ਉਹਨੇ ਉਹਨਾਂ ਨੂੰ ਉੱਤਰ ਦਿੱਤਾ, ਉਹ ਆਦਾ ਕਿ ਡਾਕਟਰ ਨੂੰ ਡਾਕਟਰ ਜਾਣਦਾ ਹੁੰਦਾ, ਮਰੀਜ਼ ਨਹੀਂ ਜਾਣਦਾ ਡਾਕਟਰ ਨੂੰ ਵੀ ਇਹ ਡਾਕਟਰ ਕੈਸਾ ਹੈ। ਉਹ ਆਦਾ ਮੈਂ ਕਥਾ ਸੁਣਨਾ ਹੁੰਦਾ। ਕਿਉਂ? ਉਹਨੇ ਖੁਦ ਆਖਿਆ ਕਿ ਮੇਰਾ ਪਿਓ ਆਦਾ ਹੁੰਦਾ ਸੀ ਇਹ ਜਿੰਨਿਆਂ ਮਰਜ਼ੀ ਬਾਣੀ ਦੇ ਗੁੱਟ ਕੇ ਪਾਠ ਪੜ੍ਹ ਲਾ, ਜਿੰਨਾ ਚਿਰ ਤੈਨੂੰ ਕੋਈ ਗਿਆਨੀ ਪੁਰਸ਼ ਦਾ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਤੈਨੂੰ ਮੁਕਤ ਨਹੀਂ ਹੋਏਗਾ ਔਰ ਗਿਆਨ ਨਹੀਂ ਹੋਏਗਾ। ਤਾਂ ਇਹ ਉਹਦੀ ਬਾਤ ਵੀ ਸੱਚੀ ਸੀ। ਉਹਨੇ ਗੁਰੂਆਂ ਤੋਂ ਬਾਤ ਗ੍ਰੰਥ ਸਾਹਿਬ ਤੋਂ ਸੁਣੀ ਹੈ। ਤੇ ਜਿਹੜੇ ਜਿੰਨੇ ਵੀ ਗ੍ਰੰਥ ਸਾਹਿਬ ਦੇ ਨੇੜੇ ਆ ਉਹਨਾਂ ਦੀ ਆਸਥਾ ਦੂਰ ਹੁੰਦੀ ਹੈ। ਜਿੰਨੇ ਵੀ ਗ੍ਰੰਥ ਸਾਹਿਬ ਦੇ ਕਿਸੇ ਅਫਸਰ ਦੇ ਨੇੜੇ ਆ ਉਹਨੂੰ ਅਫਸਰ ਦਾ ਭੈ ਘੱਟ ਹੁੰਦਾ ਹੈ ਤੇ ਅਫਸਰ ਦਾ ਆਦਰ ਘੱਟ ਹੁੰਦਾ ਹੈ। ਜਿਹੜੇ ਦੂਰ ਬੈਠੇ ਆ ਉਹਨਾਂ ਨੂੰ ਉਹਦੇ ਅਹੁਦੇ ਦਾ ਭੈ ਵੀ ਹੈ ਤੇ ਅਹੁਦੇ ਦਾ ਆਦਰ ਵੀ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਰਹਿੰਦੇ ਆ ਉਹਨੂੰ ਇਹਨਾਂ ਤੇ ਸ਼ਰਧਾ ਵੀ ਅਤਿਅੰਤ ਹੈ ਤੇ ਲਾਭ ਵੀ ਅਤਿਅੰਤਕ ਲੈ ਜਾਂਦੇ ਆ। ਜਿਹੜੇ ਨੇੜੇ ਆ ਕੋਈ ਨੇੜੇ ਆਇਆ ਨੂੰ ਪੁੱਛ ਲੋ ਵੀ ਕੀ ਉਪਲਬਧ ਹੋਇਆ ਅੱਜ ਤੀਕ, ਤਾਂ ਇਹ ਕਹੇਗਾ ਇਹ ਬਸ ਬਾਣੀ ਪੜ੍ਹ ਲਈਦੀ ਹੈ ਤੇ ਮੁੜ ਕੇ ਅਰਦਾਸ ਕਰ ਦਈਦੀ ਹੈ ਕਿ ਵੀ ਸੱਚੇ ਪਾਤਸ਼ਾਹ ਕੋਈ ਭੁੱਲ ਹੋਈ ਤਾਂ ਮਾਫ ਕਰੀ। ਤੈਨੂੰ 30 ਸਾਲ ਬਾਣੀ ਪੜ੍ਹਦੇ ਨੂੰ ਹੋ ਗਏ ਤੇ ਅਜੇ ਭੁੱਲਾਂ ਹੀ ਕਰੀ ਜਾਣਾ। ਤੂੰ ਸਾਰੀ ਉਮਰ ਨਹੀਂ ਭੁੱਲਾਂ ਤੇਰੀਆਂ ਬਖਸ਼ੀਆਂ ਜਾਣਗੇ। ਤੂੰ ਫੇਰ ਕੱਲ ਵੀ ਭੁੱਲ ਆਖੀ ਜੀ ਸੱਚਾ ਪਾਤਸ਼ਾਹ ਕੋਈ ਭੁੱਲ ਹੋ ਗਈ ਤਾਂ ਬਖਸ਼ੀ। ਤੂੰ ਭੁੱਲਾਂ ਕਰਨ ਨੂੰ ਹੀ ਪੈਦਾ ਹੋਇਆ। ਸੰਭਾਲ ਆਪਣੇ ਆਪ ਨੂੰ। ਜਿਹੜਾ ਕੁਛ ਭੁੱਲਣਾ ਉਹ ਤੂੰ ਭੁੱਲ ਨਹੀਂ ਰਿਹਾ।
ਭੁੱਲਣਾ ਕੀ ਹੈ? ਭੁੱਲੋ ਜਗਤ ਨੂੰ। ਜਗਤ ਮਿਥਿਅਮ ਬ੍ਰਹਮ ਸਤਿਅਮ। ਭੁੱਲ ਜਗਤ ਨੂੰ। ਭੁੱਲ ਗਿਆ। ਗੁਰੂਆਂ ਨੇ ਇਹ ਭੁੱਲਣ ਦੇ ਮਾਰੇ ਨੇ ਕਿਹਾ, ਜਿਉਂ ਜਲ ਤੇ ਤਰੰਗ ਬੁਲਬੁਲਾ, ਇਹ ਜਲ ਤੋਂ ਅੱਡ ਨਹੀਂ ਹੈ। ਇਹ ਤਾਂ ਤੁਹਾਨੂੰ ਪਤਾ ਲੱਗਦਾ ਨਾ, ਜਿਹੜਾ ਬੁਲਬੁਲਾ ਬਣਿਆ ਇਹ ਵੀ ਮਿਥਿਆ, ਜਿਹੜੇ ਤਰੰਗ ਉੱਠਦੇ ਇਹ ਵੀ ਮਿਥਿਆ, ਤੇ ਜਿਉਂ ਜਲ ਉੱਪਰ ਫੇਨ ਬੁਦਬੁਦਾ, ਝੱਗ ਬਣੀ ਹੈ ਜਿਹੜੀ ਇਹ ਵੀ ਮਿਥਿਆ, ਨਸ਼ਟ ਹੋ ਜੋ। ਬੁਲਬੁਲਾ ਵੀ ਨਸ਼ਟ ਹੋ ਜੋ। ਤਾਂ ਗੁਰੂਆਂ ਨੇ ਕੀ ਕਿਹਾ ਕਿ ਜਿਹਨੂੰ ਤੁਸੀਂ ਭੁੱਲ ਨਹੀਂ ਰਹੇ, ਜਿਉਂ ਜਲ ਉੱਪਰ ਫੇਨ ਬੁਦਬੁਦਾ, ਤੈਸਾ ਇਹ ਸੰਸਾਰ, ਜਿਸ ਤੇ ਉਪਜਿਆ ਤਿਸੇ ਸਮਾਣਾ, ਚੁੱਕ ਗਿਆ ਪਸਾਰਾ। ਪਸਾਰਾ ਚੁੱਕ ਗਿਆ, ਕਿੱਥੇ ਹੈ? ਕਿਹਦੇ ਮਗਰ ਲੱਗੇ? ਗੁਰੂਆਂ ਨੇ ਇਹਨਾਂ ਦੀ ਜਨਤਾ ਦੀ ਕਰਤੂਤ ਦੱਸੀ ਕਿ ਢਾਹੇ ਉਸਾਰੇ ਉਸਰੇ ਢਾਹੇ। ਜਿਹੜੇ ਪੁਰਾਣੀਆਂ ਬਿਲਡਿੰਗਾਂ ਢਾਈ ਜਾਂਦੇ ਐ, ਨਵੀਆਂ ਬਣਾਈ ਜਾਂਦੇ, ਫਿਰ ਉਹ ਪੁਰਾਣੀਆਂ ਹੋ ਜਾਂਦੀਆਂ, ਫਿਰ ਉਹ ਢਾਤੀਆਂ, ਫਿਰ ਨਵੀਆਂ ਬਣਾਤਾ। ਇਹ ਤਾਂ ਇੱਕ ਗਿਆਨ ਨਹੀਂ ਵਿਹਾਰ ਹੈ ਕਿ ਢਾਹੇ ਉਸਾਰੇ ਉਸਰੇ ਢਾਹੇ। ਇਹ ਤਾਂ ਕੋ ਵਿਹਾਰੋ ਹੈ ਸੰਸਾਰੀ ਲੋਕੋ, ਤੁਹਾਡਾ ਇਹ ਵਿਹਾਰ ਹੈ। ਉਹਨਾਂ ਨੂੰ ਵੀ ਭਾਈ ਸੰਤਾਂ ਦੇ ਆ, ਕਿਉਂ ਕਿ ਆਪਣੇ ਪੱਲੇ ਕੁਛ ਨਹੀਂ। ਜਿਨ੍ਹਾਂ ਦੇ ਆਪਣੇ ਪੱਲੇ ਕੁਛ ਹੈ, ਉਹਨਾਂ ਨੇ ਸੁਣਦਿਆਂ ਬਚਨ ਬਦਲ ਗਏ ਗੁਰੂਆਂ ਦਾ। ਤੇ ਜਿਨ੍ਹਾਂ ਨੂੰ ਨਹੀਂ ਪੱਲੇ ਕੁਛ, ਉਹ ਸਾਰੀ ਜ਼ਿੰਦਗੀ ਹੋ ਗਈ ਸੁਣਦਿਆਂ ਨੂੰ। ਤਾਂ ਗੁਰੂਆਂ ਨੇ ਅੰਤ ਨੂੰ ਇਹਦਾ ਵੀ ਫੈਸਲਾ ਦਿੱਤਾ, ਇਹ ਭਲਿਆ ਕੀ ਪੜ੍ਹਦਾ। ਗੁਰੂਆਂ ਨੇ ਹੋਕਾ ਦਿੱਤਾ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ? ਅੱਛਾ, ਕਦੋਂ ਕਦੇ ਕਹਾਣੀ ਸੁਣੀ? ਅੱਛਾ, ਕੁਝ ਹੋਇਆ? ਪਤਾ ਪਹਿਲਾਂ ਹੀ ਗੁਰੂਆਂ ਨੇ ਆਖਿਆ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਸਰੂਪ ਆਪਣੇ ਨੂੰ ਜਾਣਿਆ ਪਾਇਆ ਕਿ ਨਹੀਂ? ਕੋਈ ਮਾਈ ਦਾ ਲਾਲ ਵਿਰਲਾ ਹੈ ਜਿਹੜਾ ਕਹੇਗਾ ਕਿ ਮੈਂ ਜਾਣ ਗਿਆ। ਕਿਵੇਂ ਜਾਣਿਆ? ਮੇਰੀ ਅਣਜਾਣੇ ਦੀ ਭੁੱਲ ਦੂਰ ਹੋ ਗਈ, ਇਹ ਦੂਰ ਕਰਨੀ। ਜੇ ਜਾਣੇ ਤੋ ਆਪ, ਨਾ ਜਾਣੇ ਤੋ ਆਪ, ਅਣਜਾਣੇ में होता है मर्द काल संताप। ਇਹ ਦੁੱਖ ਹੋ ਰਿਹਾ ਸੀ ਵੀ ਮੈਂ ਅਣਜਾਣਾ, ਮੈਂ ਜਾਣਿਆ ਨਹੀਂ। ਉਹ ਤੂੰ ਕਿਸੇ ਦੇ ਰੂਪ ਚ ਜਾਣਦਾ। ਇਹ ਪ੍ਰਭੂ ਮੇਰੇ ਤੇ ਤਾਂ ਕਿਰਪਾ ਰੱਖੀ, ਘਰ ਚ ਸੁੱਖ ਵਰਤਾਈ। ਉਹ ਜਿਹਦੀ ਜੇਬ ਵਿੱਚ 50 ਰੁਪਏ ਪਾਉਂਦੇ ਤੇ ਦੇ ਦੇ ਸੁੱਖ ਦੇ ਛਿੱਟੇ, ਉਹ ਆਪ ਦੁਖੀ ਹੈ। ਕਰਦੇ ਅਰਦਾਸ ਸੱਚਾ ਪਾਤਸ਼ਾਹ, ਘਰ ਚ ਸੁੱਖ ਵਰਤਾਈ, ਪਰਿਵਾਰਾਂ ਚ ਸੁੱਖ ਵਰਤਾਈ। ਤੇ ਤੈਨੂੰ ਪਤਾ ਨਹੀਂਗਾ ਕਿ ਪ੍ਰਤੇਕ ਮਾਨਵ ਕਰਮ ਫਲ ਭੋਗ ਰਿਹਾ, ਤੇ ਤੂੰ ਮਿਟਾਉਣਾ ਚਾਹੁੰਦਾ। ਤੇਰੇ ਚ ਪਾਵਰ ਹੈ। ਇਹ ਲੋਕੀ ਐ ਬਣੇ ਐ। ਉਹ ਯਾਰ ਉਹਦੀ ਤਾਂ ਗੱਲ ਹੀ ਕੋਈ ਨਹੀਂ, ਮਹਿਮਾ ਨਾਲ ਨਹੀਂ ਆਦੇ। ਲੋਕਾਂ ਦੀ ਭਾਸ਼ਾ ਫਲਾਨਾ ਲੀਡਰ ਹੈ ਅਥਵਾ ਅਮਕਾ ਮੰਤਰੀ ਹੈ। ਇਹ ਨਹੀਂ ਕਹਿੰਦੇ ਵੀ ਯਾਰ ਉਹਨਾਂ ਨਾਲ ਤਾਂ ਆਪਣੀ ਮਿੱਤਰਤਾ ਹੀ ਹੈ। ਅਗਰ ਜੇ ਕੁਛ ਲੋੜ ਪਈ ਕਹਿ ਦਾਂਗੇ, ਉਹ ਆਪਣੀ ਗੱਲ ਨੂੰ ਬਿਲਕੁਲ ਮੰਨਣਗੇ। ਤਾਂ ਇਹ ਅਣਜਾਣੇ ਲੋਕ ਕਹਿਣਗੇ ਯਾਰ ਉਹਨੂੰ ਤਾਂ ਜਦੋਂ ਮਰਜੀ ਕੰਨੋਂ ਫੜ ਲਈਏ, ਵੇਖ ਆਦਰ ਕਰਦੇ ਉਹਨੂੰ, ਕੰਨੋਂ ਫੜ ਲਈਏ।
ਐਂ ਅਰਦਾਸ ਵਾਲੇ ਨੂੰ ਕੰਨੋਂ ਫੜਦੇ ਆ ਯਾਰ, ਇਹਦਾ ਤਾਂ ਕੀ, ਜਦੋਂ ਮਰਜੀ ਕੰਨੋਂ ਫੜ ਲਾਂਗੇ। ਤੇ ਇਹਨਾਂ ਦੇ ਘਰੇ 'ਚ ਵੀ ਸੁੱਖ ਦੇ ਗੱਫੇ ਘੱਲਦੇ, ਇਹਨਾਂ ਦੇ ਘਰ 'ਚ ਵੀ ਸੁੱਖ ਦੇ ਗੱਫੇ ਘੱਲਦੇ। ਚਿੱਠੇ ਖੜੇ ਗੁਰੂਆਂ ਨੇ ਕੀ ਕਿਹਾ? ਗੁਰੂਆਂ ਨੇ ਕਿਹਾ ਸੁਖ ਦੁੱਖ ਭਰਮ ਜਨਮ ਕੇ ਕੀਏ, ਸੋ ਜਾਣੇ ਦਿਨ ਦਾਤਾ ਦੀਏ, ਕਿਸ ਨੂੰ ਦੋਸ ਦੇਂ ਤੋਂ ਪ੍ਰਾਣੀ, ਸਹੋ ਆਪਣਾ ਕੀਆ ਕਰਾਰਾ। ਇਹ ਆਪਣਾ ਕੀਤਾ ਸੋ ਇਹ ਸੜਨਾ ਪਏਗਾ। ਇਹ 50 ਰੁਪਏ ਜੇਬ ਵਿੱਚ ਪਾ ਕੇ ਆਖ ਦਿੰਦਾ ਬਸ, ਤੇ ਆਪੜੋ ਸਭ ਕੁਝ ਗਿਆ ਘਰੇ। ਤੰਦਰੁਸਤੀ ਦੇ ਗੱਡੇ ਵੀ ਗਏ ਤੇ ਅੰਨ ਧਨ ਦੇ ਵੀ ਗਏ, ਆਪੜੋ ਤੁਸੀਂ ਘਰੇ ਕਿਉਂ ਰਹਿ ਕਰਨੇ? ਇਹ ਬਤਾਓ ਭਾਈ, ਇਹ ਪਰਾ ਲੱਭਦਾ ਹੈ, ਇਹਨੂੰ ਭੋਗੋ। ਦੁੱਖ ਸੁੱਖ ਨੂੰ ਸਹਾਰਨ ਦੀ ਤਾਕਤ ਬਣਾ। ਜੇ ਦੁੱਖ ਆ ਗਿਆ ਤਾਂ ਇਹਨੂੰ ਸਹਿਣ ਦੀ ਸ਼ਕਤੀ ਬਣਾਓ। ਗੁਰੂਆਂ ਨੇ ਮਾਫੀ ਦੀ ਸ਼ਕਤੀ ਕਿਤੇ ਵੀ ਨਹੀਂ ਕਹੀ। ਗੁਰੂਆਂ ਨੇ ਆਖਿਆ ਮਾਫ ਕਰ ਦੋਗੇ, ਗੁਰੂਆਂ ਨੇ ਕਿਹਾ ਸਹੋਵੇ ਜੀਆ ਆਪਣਾ ਕੀਆ। ਇਹ ਤੇਰੇ ਕਰਤੱਵ ਕੀਤੇ ਹੋਏ ਹੈ, ਇਹਨੂੰ ਸਹਾਰ ਲਾ, ਸਹਾਰ ਕੇ ਮਿਟ ਜਾਊਗਾ। ਕਿਉਂ? ਭੋਗ ਕੇ ਸਨਮੁਖ ਕਰਮ ਕਾ ਅਭਾਵ। ਪੜੇ ਕਿ ਨਾ ਤੁਸੀਂ ਸਾਰਿਆਂ ਨੇ ਵਿਚਾਰ ਸਾਗਰ ਅੱਗੇ, ਭੋਗ ਕੇ ਸਨਮੁਖ ਕਰਮ ਕਾ ਅਭਾਵ। ਜਿਸ ਕਰਮ ਦਾ ਭੋਗ ਤੁਹਾਨੂੰ ਦੁੱਖ ਮਿਲਿਆ ਸੀ, ਉਹ ਦੁੱਖ ਤੁਹਾਨੂੰ ਪ੍ਰਾਪਤ ਹੋ ਗਿਆ ਤੇ ਉਹ ਕਰਮ ਸੀ ਨਸ਼ਟ ਹੋ ਗਿਆ। ਐਡੀ ਵੱਡੀ ਗੁਰਬਾਣੀ ਕਿਉਂ ਕੁਛ ਨਾ ਲੱਭਿਆ? ਗੁਰਬਾਣੀ ਨੇ ਰੁਮਾਲੇ ਪਾ ਕੇ ਧਰੀ ਹੈ। ਕਦੇ ਲੋਕ ਬੱਸਾਂ ਅੱਡਿਆਂ ਤੇ, ਕਦੇ ਰੇਲਵੇ ਸਟੇਸ਼ਨਾਂ ਤੇ ਵੀ ਗੁਰਬਾਣੀ ਤੁਹਾਨੂੰ ਰੇਲਵੇ ਸਟੇਸ਼ਨਾਂ ਤੇ ਮੁਜ਼ਾਹਰੇ ਕਰਨ ਲਈ ਆਦੀ। ਇਹ ਗੁਰੂ ਹੈ। ਜੇ ਗੁਰੂ ਆ ਤਾਂ ਇਹਦੀ ਬਾਤ ਨੂੰ ਸਮਝੋ। ਗੁਰੂ ਤੁਹਾਨੂੰ ਕਿਸ ਪਾਸੇ ਤੋਰਦਾ? ਉਹ ਕੌਣ ਹੈ ਜਿਹੜੇ ਤੁਹਾਨੂੰ ਆਦੇ ਚਲੋ ਸਟੇਸ਼ਨ ਤੇ ਮੁਜ਼ਾਹਰਾ ਕਰੀਏ, ਚਲੋ ਗੱਡੀ ਰੋਕੀਏ? ਇਹ ਗੁਰਬਾਣੀ ਆਦੀ ਹੈ। ਜਿਹੜੇ ਲੋਕ ਨਿਗੁਰੇ ਹੈ, ਉਹਨਾਂ ਦੇ ਅੰਦਰੋਂ ਵਿਚਾਰ ਜਾਗਦੇ, ਉਹ ਭਾਈ ਗੱਡੀਆਂ ਰੋਕਣ, ਗੱਡੀਆਂ ਸਾੜਨ, ਬੱਸਾਂ ਭੰਨਣ, ਕਿਉਂਕਿ ਉਹ ਨਿਗੁਰੇ ਲੋਕ ਹੈ। ਉਹਨਾਂ ਦਾ ਗੁਰਪੀਰ ਕੋਈ ਨਹੀਂ। ਤੇ ਜਿਹੜੇ ਗੁਰਪੀਰ ਵਾਲੇ ਵੀ ਉਹੋ ਹੀ ਕੰਮ ਕਰਨ ਤਾਂ ਗੁਰੂਆਂ ਦੀ ਬਦਨਾਮੀ ਕਰਾ ਰਹੇ ਆ, ਗੁਰੂਆਂ ਦੀ ਮਹਿਮਾ ਨਹੀਂ ਕਰਾ ਰਹੇ। ਨਹੀਂ, ਤੁਸੀਂ ਭਾਈ ਕੁਛ ਗੱਡੀਆਂ ਰੋਕੋ। ਸਾਡੇ ਗੁਰੂਆਂ ਦਾ, ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਇਹ ਆਗਿਆ ਨਹੀਂ ਗੀ ਕਿ ਲੋਕਾਂ ਨੂੰ ਪੀੜਾ ਦੇ ਕੇ ਆਪ ਸੁੱਖ ਮਾਣ। ਕਿੱਡੇ ਵੱਡਾ ਮਹਾਤਮਾ ਵਿਹਾਰਕ ਦ੍ਰਿਸ਼ਟੀ ਔਰ ਵਿਚਾਰ ਦ੍ਰਿਸ਼ਟੀ ਔਰ ਪਰਮਾਰਥ ਦ੍ਰਿਸ਼ਟੀ, तीनों दृष्टियों ਨੂੰ ਪਕੜੋ ਤਾਂ ਪਕੜਦੇ ਨਹੀਂਗੇ। ਤੇ ਜੇ ਕਿਸੇ ਨੇ ਮੈਨੂੰ ਇੱਕ ਨੇ ਕਈ ਸਵਾਲ ਕਰਦੇ, ਚਲੋ ਉਹ ਬਾਤ ਤਾਂ ਕੀ ਕਰਨੀ, ਅਸੀਂ ਇੱਥੇ ਪਿੱਛੇ ਪਰਤੋ ਵੀ ਇਸ ਗੱਲ ਨੂੰ ਲਵੋ। ਪਿਪਲਾਦ ਰਿਖੀ ਦੇ ਪਾਸੇ ਪਹਿਲਾਂ ਥੋੜੀ ਜਿਹੀ ਕਹੀ ਸੀ, ਅਗਲੇ ਸਤਸੰਗ ਚ ਪਿਪਲਾਦ ਰਿਖੀ ਦੇ ਪਾਸ 6 ਮਹਾਤਮਾ ਜਾਂਦੇ ਆ, ਸਤਸੰਗ ਸਰਵਣ ਕਰਦੇ। ਤਾਂ ਇੱਕ ਦਿਨ ਰਿਖੀ ਨੇ ਕਿਹਾ ਵੀ ਤੁਸੀਂ ਕਿਵੇਂ ਆਉਣੇ? ਤਾਂ ਉਹਨਾਂ 6 ਮਹਾਤਮਾ ਨੇ ਕਿਹਾ ਕਿ हे ਪ੍ਰਭੂ, ਅਸੀਂ ਮੋਕਸ਼ ਚਾਹੁੰਦੇ ਹਾਂ। ਜਨਮ ਔਰ ਮਰਨ ਦਾ ਭੈ ਸਾਨੂੰ ਸਤਾ ਰਿਹਾ। ਜਿਹੜੇ ਰਿਖੀ ਲੋਕ ਹੈ ਉਹਨਾਂ ਨੂੰ, ਸੰਤ ਲੋਕਾਂ ਨੂੰ ਤਾਂ ਭੈ ਸਤਾ ਰਿਹਾ। ਇੱਥੇ ਵੇਖ ਲੈ, ਕਿਸੇ ਚੀਜ਼ ਦਾ ਚਿੰਤਾ ਹੀ ਨਹੀਂ। ਤਾਂ ਪਿਪਲਾਦ ਰਿਖੀ ਜੀ ਕਹਿਣ ਲੱਗੇ ਵੀ ਭਾਈ, ਕੋਈ ਵੀ ਯੱਗ
ਸੰਪੰਨ ਨਹੀਂ ਹੁੰਦਾ ਜਿੰਨਾ ਚਿਰ ਉਹਦੇ ਵਿੱਚ ਦਕਸ਼ਣਾ ਨਾ ਰੱਖੀ ਜਾਏ। ਤੁਸੀਂ ਦਕਸ਼ਣਾ ਦੇ ਰੂਪ ਵਿੱਚ ਕੀ ਦਿਓਗੇ? ਤਾਂ ਛਿਆ ਮਹਾਤਮਾ ਨੇ ਕਿਹਾ ਆਪਸ ਵਿੱਚ ਰਹਿ ਕੀਤੀ ਜੋ ਜੱਜ ਗਈ ਗੱਲ ਕਿ हे ਪ੍ਰਭੂ ਅਸੀਂ ਜਿਸ ਤੋਂ ਵੱਡਾ ਕੁਛ ਨਹੀਂ ਤੇ ਜਿਸ ਤੋਂ ਛੋਟਾ ਵੀ ਕੋਈ ਨਹੀਂ, ਕਿਉਂਕਿ ਛੋਟਾ ਕੋਈ ਨਹੀਂ ਮਾਨਾ ਹੈ ਹੀ ਨਹੀਂ, ਵੱਡਾ ਉਸ ਤੋਂ ਉੱਪਰ ਹੋਰ ਕੋਈ ਉਹ ਵੀ ਹੈ ਹੀ ਨਹੀਂ। ਅਸੀਂ ਉਸ ਸਤਾ ਦਾ ਗਿਆਨ ਤੋਂ ਪ੍ਰਾਪਤ ਕਰਨਾ ਹੈ ਤੇ ਦਕਸ਼ਣਾ ਦੇ ਵਿੱਚ ਅਸੀਂ ਤੁਹਾਨੂੰ ਛੋਟਾ ਮੈਂ ਦੇਵਾਂਗੇ ਤਾਂ ਕਿ ਅਸੀਂ ਜੋ ਜੀ ਵਸਤੂ ਆ ਉਹੋ ਜੀ ਦਕਸ਼ਣਾ ਦੇਣੀ ਪੈਂਦੀ ਹੈ। ਛੋਟਾ ਮੈਂ ਅਸੀਂ ਤੁਹਾਨੂੰ ਦਕਸ਼ਣਾ ਚ ਦੇਵਾਂਗੇ ਤੇ ਵੱਡਾ ਮੈਂ ਹੈ ਜਿਹੜਾ ਉਹ ਅਸੀਂ ਤੋਂ ਪ੍ਰਾਪਤ ਕਰਾਂਗੇ। ਤਾਂ ਆਪਣੀ ਵੇਦਨਾ ਦੱਸਦੇ ਕਿ हे ਪ੍ਰਭੂ ਜਿਹੜਾ ਪਹਿਲੇ ਮਾਂ ਤੇ ਬਾਪ ਉਹ ਸਾਡੇ ਮਾਂ ਪਿਤਾ ਸੀ, ਇਹ ਜਿਹੜੀ ਚੱਲੀ ਹੈ ਗੱਲ ਇਹ ਸੱਤਾਂ ਛੀਆਂ ਰਿਸ਼ੀਆਂ ਨੇ ਮਿਲ ਕੇ ਜਿਹੜੀ ਪਪਲਾਦ ਮੁਨੀ ਦੇ ਸਾਹਮਣੇ ਆਪਣੀ ਵਿਆਖਿਆ ਕਹੀ, ਇਹ ਉਦੋਂ ਤੋਂ ਗੁਰੂ ਨੂੰ ਪਿਤਾ ਆਖਣ ਲੱਗੇ ਵੀ ਤੁਸੀਂ ਸਾਡੇ ਪਿਤਾ ਹੈ। ਕਿਉਂ ਕਿ ਤੁਸੀਂ ਸਾਡੇ ਹਿਰਦੇ ਦੇ ਵਿੱਚ ਇੱਕ ਬਹੁਤ ਵੱਡਾ ਗਿਆਨ ਪੈਦਾ ਕਰੋਗੇ। ਸਾਡੇ ਮਾਂ ਪਿਓ ਨੇ ਤਾਂ ਸਾਡਾ ਹੱਡ ਮਾਸ ਦਾ ਸਰੀਰ ਪੈਦਾ ਕੀਤਾ, ਇਹ ਸਰੀਰ ਨੂੰ ਪਾ ਕੇ 10 ਵਾਰੀ ਤਾਂ ਦਿਹਾੜੀ 'ਚ ਖੁਸ਼ ਹੁੰਨੇ ਆ ਤੇ 20 ਵਾਰੀ ਦੁਖੀ ਹੁੰਨੇ ਆ। ਤਾਂ ਇਹਨਾਂ ਨੇ ਸਾਨੂੰ ਕੋਈ ਅੱਛੀ ਚੀਜ਼ ਨਹੀਂ ਦਿੱਤੀ, ਇਹ ਮਰਨ ਮਿਟਣ ਵਾਲਾ ਸਰੀਰ ਦੇਤਾ। ਅਸਲ ਪਿਤਾ ਤਾਂ ਸਾਡੇ ਤੁਸੀਂ ਹੈ ਕਿ ਜਿਨ੍ਹਾਂ ਨੂੰ ਸਾਨੂੰ ਅਮਰ ਫਲ ਪੈਦਾ ਕਰੋਗੇ। ਉਦੋਂ ਤੋਂ ਇਹ ਚੱਲ ਗਈ ਇਹ ਗੁਰੂਆਂ ਨੂੰ ਪਿਤਾ ਕਹਿਣ ਲੱਗ ਗਏ। ਉਹਨਾਂ ਨੇ ਹਿਰਦੇ ਦੇ ਵਿੱਚ ਤਤਵ ਗਿਆਨ ਪਾਇਆ ਕਿ ਤੂੰ ਸ਼ੁੱਧ ਬੁੱਧ ਨਿਤ ਮੁਕਤ ਆਤਮਾ ਹੈ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਸ਼ੁੱਧ ਬੁੱਧ ਨਿਤ ਮੁਕਤ ਆਤਮਾ ਹਾਂ, ਆਤਮਾ ਹੀ ਮੇਰਾ ਸਰੂਪ ਬ੍ਰਹਮ ਹੈ, ਇਹ ਗਿਆਨ ਹਿਰਦੇ 'ਚ ਪੈਦਾ ਕਰਤਾ। ਤਾਂ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਸਾਡੇ ਪਰਮ ਪਿਤਾ ਹੈ। ਤੇ ਕੁਛ ਸੁਣ ਕੇ ਪਿਤਾ ਜੀ ਉਹ ਤੁਹਾਡੇ ਹਿਰਦੇ 'ਚ ਕੀ ਕੀਤਾ? ਜਿਹੜਾ ਲਾਸ਼ ਹੈ ਤਾਂ ਤੁਹਾਡੇ ਮਾਂ ਪਿਓ ਨੇ ਪੈਦਾ ਕੀਤੀ। ਇਹ ਜਿਹਨੂੰ ਤੁਸੀਂ ਧੋਈ ਫਿਰਦੇ ਆ ਇਹ ਤਾਂ ਤੁਹਾਡੇ ਮਾਂ-ਬਾਪ ਨੇ ਪੈਦਾ ਕਰਤੀ। ਇਹਦਾ ਦੰਡ ਭੋਗੋ, ਰਹੋ ਇਹਦੇ ਵਿੱਚ ਮਲ ਮੂਤਰ ਚ, ਬਾਹਰ ਨਹੀਂ ਨਿਕਲ ਸਕਦੇ। ਤੇ ਜਿਹਨੂੰ ਪਿਤਾ ਜੀ ਆਨੇ ਉਹਨੇ ਕੀ ਪੈਦਾ ਕੀਤਾ? ਤਾਂ ਪਰਮ ਪਿਤਾ ਉਹ ਕਹਿੰਦੇ ਵੀ ਰੀਸ ਕਰਦੇ ਆ, ਕਿਉਂਕਿ ਪਪਲਾਦ ਮਿਨੀ ਨੂੰ ਉਹਨਾਂ ਨੇ ਪਰਮ ਪਿਤਾ ਕਿਹਾ ਸੀ ਤੇ ਅਸੀਂ ਵੀ ਪਰਮ ਪਿਤਾ ਕਹਿੰਦੇ ਆ। ਕਹਿਣੇ ਨਾਲ ਕੁਛ ਨਹੀਂ ਹੋਣੇ ਵਾਲਾ। ਜੇ ਪਰਮ ਪਿਤਾ ਕਹਿ ਲੋ ਤੇ ਜੇ ਕੋਈ ਪਿਤਾ ਕਹਿ ਲੋ, ਉਹਨਾਂ ਨੇ ਤਤਵ ਗਿਆਨ ਪੈਦਾ ਕੀਤਾ ਸੀ, ਉਹ ਇਸ ਲਈ ਉਹਨਾਂ ਨੂੰ ਪਰਮ ਪਿਤਾ ਕਹਿੰਦੇ। ਹੁਣ ਉਹਦੇ ਪਿੱਛੇ ਪਰਤ ਕੇ ਆ ਜੋ ਵੀ ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਜਨਮ ਔਰ ਮਰਨ ਕੀ ਹੈ, ਤਾਂ ਉਹਨਾਂ ਨੇ ਗੁਰੂਆਂ ਨੇ ਗ੍ਰੰਥਾਂ 'ਚ ਕਿਹਾ, ਜਿਹੜੇ ਸਾਡੇ ਰਿਸ਼ੀਆਂ ਦੇ ਬੋਲ, ਤਾਂ ਗੁਰੂਆਂ ਨੇ ਕਿਹਾ ਸ਼ਾਸਤਰ ਦੇ ਵਿੱਚ ਕਹਿੰਦੇ ਕਿ ਜਨਮ ਮਰਨ ਗਮਨ ਆਗਮਨ, ਪੁੰਨ ਪਾਪ ਸੁਖ ਤੇ ਖੇਦ ਮੈਂ ਨਾ ਦੁੱਖ, ਇਹ ਦੂਰ ਕਰਨ ਦੀ ਤਾਕਤ ਰੱਖਦੇ ਪਿਤਾ ਜੀ ਹੋਰੀ ਕੋਈ। ਜਨਮ ਮਰਨ ਗਮਨ ਆਗਮਨ ਪੁੰਨ ਪਾਪ ਸੁਖ ਖੇਦ ਨਿਜ ਸਰੂਪ में ਭਾਨ ਹੋਏ,
ਭ੍ਰਾਂਤੀ ਵਖਾਨੀ ਵੇਦ ਨੇ ਆਖੇ ਸਾਰੀ ਭ੍ਰਾਂਤੀ ਹੈ। ਤੇ ਜਿਹੜੇ ਸਾਡੇ ਪਿਤਾ ਜੀ ਸੰਤ ਲੋਕਾਂ ਦੇ, ਉਹਨਾਂ ਨੂੰ ਪੁੱਛੋ ਇਹ ਜਤਾਤੀ ਤੁਹਾਨੂੰ ਵੀ ਇਹ ਭ੍ਰਾਂਤੀ ਕਰਕੇ ਅੱਠੇ ਚੀਜ਼ਾਂ ਦੀ ਪ੍ਰਤੀਤ ਹੁੰਦੀਆਂ। ਤਾਂ ਅਮਰ ਹੋ ਚੱਲਿਆ ਕਿ ਨਹੀਂ ਜਦੋਂ ਇਹ ਭ੍ਰਾਂਤੀ ਜਣਿਆ ਜਗਤ ਲਾਤਾ। ਇਹ ਕਿਵੇਂ ਲਊਗਾ ਜੀ ਜਿਹੜਾ ਇਹ ਜਨਮ ਔਰ ਮਰਨ, ਜਨਮ ਧਾਰ ਕੇ ਕੌਣ ਆਉਂਦਾ ਤੇ ਮਰ ਕੇ ਕੌਣ ਜਾਂਦਾ। ਤਾਂ ਇੱਥੋਂ ਇਹ ਕਿਹਾ ਹੋਇਆ ਕਿ ਨਾ ਕੋਈ ਜਨਮ ਧਾਰ ਕੇ ਆਉਂਦਾ ਹੈ ਤੇ ਨਾ ਕੋਈ ਮਰ ਕੇ ਕਹੀਂ ਜਾਂਦਾ। ਇਹ ਗੁਰਬਾਣੀ ਨੇ ਵੀ ਕਹਿਤਾ ਕਿ ਇਹ ਜਿਉਂਦਾ ਜਾਗਦਾ ਜਿਹੜਾ ਜੀਵ ਹੈ ਇਹ ਮਰਨ ਵਾਲਾ ਨਹੀਂ। ਗੁਰੂਆਂ ਨੇ ਬਾਣੀ ਚ ਕਿਹਾ ਕਿ ਮਰਨ ਹਾਰ ਇਹ ਜਿਉੜਾ ਨਹੀਂ। ਇਹ ਜੀਵ ਜਿਉਣ ਵਾਲਾ, ਇਹ ਮਰ ਕਿਵੇਂ ਜਾਊ? ਕਦੇ ਵੀ ਨਹੀਂ ਮਰਿਆ। ਅੱਜ ਤੱਕ ਨਾ ਇਹ ਮਰਿਆ ਤੇ ਨਾ ਇਹ ਮਰੇਗਾ। ਇਹ ਹੀ ਅਮਰ ਪਦ ਹੈ। ਤੇ ਜਿਹੜੇ ਕਹਿੰਦੇ ਆ ਵੀ ਕਈ ਜਨਮ ਯਜਮੀਨ ਕਰਾਂਗਾ, ਇਹਦੇ ਜੀਵਨ ਪਵਿੱਤਰ ਲਈ ਗੁਰੂ ਸੰਤ ਲੋਕਾਂ ਨੇ ਭਿਆਨਕ ਅਰ ਰੌਚਕ ਦੋ ਪ੍ਰਕਾਰ ਦੇ ਬਚਨ ਰੱਖੇ। ਅਖੇ ਹਸਤੀ ਸਿਰ ਜਿਉ ਅੰਕਸ ਹੈ, ਅਹਰਨ ਜਿਉ ਸਿਰ ਦੇ। ਆਹਰਣ ਖੇਦ ਨਹੀਂ ਮੰਨਦੀ, ਕੁਸ ਕੁੱਟੀ ਜਾਓ ਲੋਹਾ ਉਹਦੇ ਤੇ, ਆਪਣੇ ਸਿਰ ਤੇ ਸਹਾਰਦੀ। ਤੇ ਹਾਥੀ ਦੇ ਕੰਨ 'ਚ ਕੁੰਡੀ ਪਾ ਕੇ ਘੁਮਾਈ ਫਿਰਦੇ ਆ, ਹਾਥੀ ਨੂੰ ਕੋਈ ਐਡਾ ਨਹੀਂ। ਤਾਂ ਇੱਥੇ ਹੈਗਾ ਕਿ ਗੁਰੂਆਂ ਦੇ ਉਪਦੇਸ਼ ਦਾ ਇਸ ਸਾਧਕ ਸਿਰ ਤੇ ਕੁੰਡਾ ਹੋਣਾ ਚਾਹੀਏ ਤੇ ਸਹਿਣ ਸ਼ਕਤੀ ਉਹਦੇ ਅੰਦਰ ਐਸੀ ਹੋਣੀ ਚਾਹੀਏ ਕਿ ਜਿਵੇਂ ਆਹਰਣ ਲੋਹਾਰ ਦੀ, ਕੋਈ ਕਈ ਦਾ ਮੂੰਹ ਕੁੱਟ ਗਿਆ, ਕੋਈ ਕੁਛ ਕੁੱਟ ਗਿਆ, ਕੋਈ ਕੁਹਾੜੇ ਕੁੱਟ ਗਿਆ, ਉਹਨੂੰ ਕੋਈ ਖੇਦ ਨਹੀਂ। ਇਹਦੇ ਤੋਂ ਦੇ ਦੁੱਖ ਨੰਗਣ ਸੁੱਖ ਨੰਗਣ ਮੈਨੂੰ ਵੀ ਚਲ ਤੱਕ ਕਰ ਹੀ ਨਹੀਂ ਸਕਦੇ। ਇਹ ਬਣੀ ਹੈ ਐਸੀ ਤਿਰਤਾ ਕਿ ਨਹੀਂ। ਹਸਤੇ ਸਿਰ ਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕਰ, ਉਬੀ ਸੇਵ ਕਰੇ। ਐਸ ਉਬੀ ਦੋਨਾਂ ਵਾਂਗੂ ਬਣਾਓ ਆਪਣੇ ਜਗਿਆਸਾ ਹਿਰਦਾ। ਯਾਰ ਗੁਰੂ ਜੀ ਪਹਿਲਾਂ ਤਾਂ ਮੈਨੂੰ ਬਹੁਤ ਚੰਗਾ ਪਿਆਰ ਕਰਦੇ ਸੀ, ਹੁਣ ਮਹੀਨਾ ਕੁ ਹੋ ਗਿਆ ਝਿੜਕ ਦਿੰਦੇ ਆ ਤੇ ਜਾਂਦੇ ਹੀ ਨਹੀਂ। ਕਿਉਂਕਿ ਅਹਰਣ ਸਰ ਤੇ ਅੱਜ ਤਾਂ ਗੁਰੂ ਜੀ ਜਿੱਥੇ ਬਹਿੰਦੇ ਆ ਚੇਲਿਆਂ ਵਾਸਤੇ ਠੰਡਾ ਪਾਣੀ, ਬਰਫ਼ ਪਾਓ, ਸਰਬਤ ਪਾਓ, ਕਿਉਂਕਿ ਕਿਤੇ ਚੇਲੇ ਗੁੱਸੇ ਨਾ ਹੋ ਜਾਣ। ਗੁਰੂ ਜੀ ਚੇਲਿਆਂ ਤੋਂ ਡਰ ਰਹੇ ਆ ਵੀ ਚੇਲਾ ਜੀ ਡਰ ਕੀ ਚਾਹੀਦਾ ਬੋਲੋ। ਉਹ ਚਾਹ ਚ ਪਾ ਕੇ ਦਿਓ, ਕੇਸਰ ਪਾ ਕੇ ਦਿਓ, ਫਲਾਨਾ ਦਿਓ, ਵੀ ਚੇਲੇ ਖੁਸ਼ ਰਹਿਣ। ਇਹ ਕੀ ਹੋ ਗਿਆ ਤੇ ਚੇਲੇ ਜੀ ਵੀ। ਤਾਂ ਇੱਥੇ ਸ਼ਾਸਤਰ ਨੇ ਕਿਹਾ ਗੁਰ ਲੋਭੀ ਸਿੱਖ ਲਾਲਚੀ। ਮੈਂ ਪਿੰਡਰਾਂ ਵਾਲਿਆਂ ਨਾਲ ਰਿਹਾ, ਕਈ ਵਿਚਾਰੇ ਛੋਟੀਆਂ ਮੋਟੀਆਂ ਪਾਠੀਆਂ ਨੂੰ ਹੀ ਡਰਾਈ ਜਾਂਦੇ। ਪਿੰਡਰਾਂ ਵਾਲਿਆਂ ਨਾਲ ਰਿਹਾ ਹੀ ਹੈ, ਪਿੰਡਰਾਂ ਵਾਲਿਆਂ ਦਾ ਗਿਆਨ ਤਾਂ ਨਹੀਂ ਪ੍ਰਾਪਤ ਕੀਤਾ, ਰਹਿ ਗਿਆ ਤਾਂ ਕੀ ਹੋ ਗਿਆ। ਇਹ ਬਹੁਤ ਚਿਰ ਪਿੰਡਰਾਂ ਵਾਲਿਆਂ ਨਾਲ ਰਿਹਾ। ਉਹ ਮੈਨੂੰ ਇੱਕ ਵਾਰ ਮਿਲ ਗਿਆ, ਮੈਂ ਪਿੰਡਰਾਂ ਵਾਲਿਆਂ ਨਾਲ ਰਿਹਾ। ਮੈਂ ਕਿ ਰਿਹਾ ਹੀ ਹੈ ਕਿ ਕੁਛ ਗਿਆਨ ਵੀ ਪ੍ਰਾਪਤ ਕੀਤਾ। ਸਰੀਰ ਪਾਤ ਹੋਣੇ ਸੇ ਕੈ ਕੋਸ਼ ਭੰਗ ਹੁੰਦੇ ਆ ਤੇ ਕੈ ਕੋਸ਼ ਨਾਲ ਰਹਿ ਜਾਂਦੇ। ਉਹ ਕੋਸ਼ ਕਿੱਥੇ ਰਹਿੰਦੇ ਆ? ਐ ਲੋਕਾਂ ਨੇ ਇਹ ਨਾਂ ਲੈ ਲੈ ਕੇ ਅਖੇ ਗੁਰ ਲੋਭੀ
ਇਹ ਜੁੜੇ ਰਹਿਣ। ਤੇ ਸਿੱਖ ਲਾਲਚੀ ਇਹ ਤੋਂ ਕਰਾਵਾਂਗੇ ਪਾਠ, ਇਹ ਤੋਂ ਕਰਾਵਾਂਗੇ, ਇਹ ਫਲਾਨਿਆਂ ਨਾਲ ਰਿਹਾ, ਇਹ ਤੋਂ ਕਰਾਵਾਂਗੇ, ਇਹਨੇ ਉੱਥੋਂ ਅੰਮ੍ਰਿਤਸਰੋਂ ਅੰਮ੍ਰਿਤ ਛਕ ਕੇ। ਇਹ ਲਾਲਚ ਗੁਰ ਲੋਭੀ ਸਿੱਖ ਲਾਲਚੀ ਦੋਨੋਂ ਖੇਡਣ ਦਾ ਲਾਉਂਦੇ ਆਪਣੇ ਆਪ। ਡੋਬ ਜਾਓਗੇ ਬਾਵਰੇ ਬੈਠ ਪੱਥਰ ਕੀ ਨਾਵ। ਉਹ ਪੱਥਰ ਦੀ ਬੇੜੀ ਤੇ ਚੜਦੇ ਗੁਰੂ ਚੇਲਿਆਂ ਨੂੰ ਸੰਤ ਨਰਿੰਜਨ ਦੇਵ ਆਖਦੇ ਹੁੰਦੇ ਸੀ, ਇਹ ਹਮਸੂ ਚਾਟਣਾ ਚਾਹੁੰਦੇ ਆ, ਮਤਲਬ ਕਿ ਇਹ ਮੈਥੋਂ ਸੁੱਖ ਭਾਲਦੇ ਆ। ਇਹ ਜਿਹੜੇ ਮੈਨੂੰ ਮਹਾਰਾਜ ਜੀ ਕਰਦੇ ਆ, ਇਹ ਹਮਕੋ ਚਾਟਣਾ ਚਾਹੁੰਦੇ, ਸੁੱਖ ਚਾਹੁੰਦੇ ਆ। ਮਤਲਬ ਇਹ ਲਾਲਚੀ, ਇਹ ਗੱਲਾਂ ਨਹੀਂ, ਬਾਣੀ ਨਹੀਂ ਆਗਿਆ ਦਿੰਦੀ। ਤਾਂ ਬਾਣੀ ਨੇ ਇਹ ਗੱਲ ਕਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹਦਾ ਜ਼ਿਕਰ ਕੀਤਾ ਕਿ ਇੱਕ ਸੰਤ ਨੇ ਕਿਹਾ ਕਿ ਜਾਤ ਕੀ ਜੋਤ, ਜੋਤ ਕੀ ਜਾਤੀ। ਜਾਤ ਮੈਨਾ ਸ੍ਰਿਸ਼ਟੀ, ਜਾਤ ਮੈਨਾ ਹੁੰਦਾ ਜਿਹੜੀ ਬਣੀ ਪੈਦਾ ਹੋਈ ਹੋਵੇ। ਤੇ ਕਿਸ ਪੈਦਾ ਤਾਂ ਹੋਗੀ ਤੇ ਰਹਿ ਕੀ ਦੇ ਆਸਰੇ ਰਹੀ ਉਹ ਜੋਤੀ। ਜਾਤ ਕੀ ਜੋਤ ਤੇ ਜੋਤ ਕੀ ਜਾਤੀ। ਜਿਹੜੀ ਜੋਤ ਹੈ ਉਹ ਇਸ ਜਾਤ ਸ੍ਰਿਸ਼ਟੀ ਦਾ ਆਦਿਸ਼ਤਾਨ ਹੈ, ਤੇ ਜਿਹੜੀ ਸ੍ਰਿਸ਼ਟੀ ਹੈ ਇਸ ਜੋਤ ਦੇ ਵਿੱਚ ਅਧਿਆਸਤਾ ਹੈ ਹੀ ਨਹੀਂ। ਇਹ ਪਤਾ ਲੱਗ ਗਿਆ ਜਿੱਥੇ ਮਰਜੀ ਤੋਂ ਗਿਆਨ ਪਾ ਕੇ ਆਇਆ। ਕੋਟ ਕੋਟ ਪ੍ਰਣਾਮ ਹੈ ਤੈਨੂੰ ਗਿਆਨ ਪਾਉਣ ਵਾਲੇ ਨੂੰ। ਪਰ ਇਹ ਪਤਾ ਲੱਗ ਗਿਆ ਕਿ ਜੋਤ ਹੈ ਜਿਹੜੀ ਇਹ ਜਾਤੀ ਦੀ ਆਦਿਸ਼ਤਾਨ ਹੈ, ਤੇ ਜਾਤੀ ਹੈ ਜਿਹੜੀ ਇਹ ਜੋਤ ਦੇ ਵਿੱਚ ਅਧਿਆਸਤ ਹੈ। ਜਿੰਨਾ ਚਿਰ ਤੂੰ ਜਾਤੀ ਨੂੰ ਸੱਚ ਮੰਨੀ ਬੈਠਾ, ਤਿਸ ਲਾਗੇ ਕਚਵਾ ਫਲ। ਇਹਨੂੰ ਕੱਚੇ ਫਲ ਲੱਗਣਗੇ। ਮਰ ਗਿਆ ਜੰਮ ਗਿਆ, ਮਰ ਗਿਆ ਜੰਮ ਗਿਆ, ਮਰ ਗਿਆ ਜੰਮ ਗਿਆ, ਚਲਿਆ ਚੱਲ। ਤੇ ਜਿਹੜੇ ਨੇ ਇਹ ਜਾਣ ਲਿਆ ਕਿ ਜਾਤੀ ਜੋਤ ਦੇ ਵਿੱਚ ਅਧਿਆਸ ਹੈ, ਇਸ ਨੂੰ ਕਹਿਤਾ, ਇਹਨਾਂ ਨੂੰ ਕਹਿਤਾ ਤਿਤ ਲਾਗੇ ਕਚਵਾ ਫਲ, ਤੇ ਉਹਨੂੰ ਕਹਿਤਾ ਮੋਤੀ ਮਹਿੰਗੇ। ਅਮਰ ਹੋ ਗਿਆ। ਉਹ ਜੋਤ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ। ਉਹ ਕਿੱਥੇ ਹੈ ਜੀ? ਉਹ ਜੋਤ ਹੈ ਜਿਹੜੀ ਜਿਹਦੀ ਜੋਤ ਨੂੰ ਭਾਲਦੇ ਆ। ਕਈ ਦਿਵ ਜੋਤੀ ਆਦੇ ਉਹ ਨਾਂ ਲੈਂਦੇ, ਉਹ ਵੀ ਵਧੀਆ ਜਿਹੜੇ ਕਹਿੰਦੇ ਆ। ਪਰ ਇਹ ਸਭ ਨੂੰ ਸਮਝ ਲੈਣਾ ਚਾਹੀਏ, ਜੋਤ ਦੇ ਦਰਸ਼ਨ ਨਹੀਂ ਹੁੰਦੇ। ਜੋਤ ਤਾਂ ਉਹ ਹੈ ਕਿ ਜਿਹਨੂੰ ਮਿਥਿਆ ਜਗਤ ਦੇ ਦਰਸ਼ਨ। ਮਿਥਿਆ ਵਸਤੂ, ਨੇਤਰ ਮਿਥਿਆ, ਕੰਨ ਮਿਥਿਆ, ਨਾਸਕਾਂ ਜੇਬਾਂ ਮਿਥਿਆ, ਤੇ ਇਹ ਸੱਤ ਵਸਤੂ ਦਾ ਚਿੰਤਨ ਕਰ ਸਕਦੀ ਹੈ। ਸੱਤ ਵਸਤੂ ਹੈ ਜਿਹੜੀ ਤੁਹਾਡੀ ਮਾਸ ਦੀ ਜੇਬਾਂ ਦੇ ਵਿੱਚ ਪ੍ਰਗਟ ਹੋ ਜਾਊਗੀ। ਸੱਤ ਵਸਤੂ ਤੁਹਾਡੇ ਕੰਨਾਂ ਵਿੱਚ ਧੁੱਸਦੀ ਹੈ। ਇਹ ਤਾਂ ਬੋਲ ਧੁੱਸਦਾ ਹੈ। ਬੋਲ ਤਾਂ ਆਕਾਸ਼ ਤੇ ਤਨ ਮਾਤਰਾ ਹੈ, ਤੇ ਸੱਤ ਵਸਤੂ ਨੂੰ ਤਨ ਮਾਤਰਾ ਮਿਥਿਆ ਸ਼ਬਦ ਪ੍ਰਗਟ ਨਹੀਂ ਕਰ ਸਕਦਾ। ਤੇ ਜਿਹੜੇ ਅਸੀਂ ਬੋਲੀ ਜਾਣੇ, ਰੌਲੀ ਪਾਈ ਜਾਣੇ, ਹਰੀ ਓਮ ਤਤਸਤ, ਇਹ ਤਟਸਥ ਲक्षण ਹੈ। ਉਹਦਾ ਪ੍ਰਗਟਾਵਾ ਕਰਦੇ ਆ ਕਿ ਉਹ ਹਰੀ ਹੈ ਜਿਹੜਾ, ਉਹ ਤਤ ਸਰੂਪ ਹੈ, ਤਟਸਥ ਹੈ, ਸਤ ਹੈ। ਇਹ ਪ੍ਰਤੀਪਾਦ ਨਹੀਂ ਕਰਦਾ ਹੈ, ਪ੍ਰਗਟਾਵਾ ਨਹੀਂ ਕਰ ਸਕਦਾ, ਕਿਉਂਕਿ ਸ਼ਬਦ 'ਚ ਪ੍ਰਗਟਾਵੇ ਦੀ ਤਾਕਤ ਨਹੀਂ। ਗੁਰੂ ਗੋਬਿੰਦ ਸਿੰਘ ਨੇ ਪਰੋਕਸ਼ ਰੂਪ 'ਚ ਇਹ ਦੱਸਿਆ। ਉਹਨੇ ਆਖਤਾ ਵੀ ਆ ਫੜ ਜੋਤ, ਜਦੋਂ ਫੜਨ ਵਾਲੀ ਹੈ ਹੀ ਨਹੀਂ। ਉਹਨਾਂ ਨੇ ਆਖਿਆ ਕਿ ਜਿਵੇਂ ਸਮਾਨ ਕੇ ਦਿਖੇ,
ਅਸਮਾਨ ਤੋਂ ਲੈ ਕੇ ਜਿਵੇਂ ਧਰਤੀ ਤੋਂ ਲੈ ਸਮਸ਼ਟੀ जिमें समान के विषय समस्त एक ज्योत है, ना बाध है ना घाट है, ना बाध घाट होत है। इनू खोजन में लगो खां भी आह गुरु जी कहे गए यार ये खोज ली, ये सारियां दे हथ जाणगे ਜਾਂ ਤਾਂ ਕੋਈ ਅਸਤ ਵਿਅਸਤ ਬੋਲਣਗੇ ਜਾਂ ਇਹ ਕਹਿਣਗੇ ਵੀ ਨਹੀਂ ਪਤਾ ਲੱਗਿਆ। ਉਹ ਜੋਤ ਦਾ ਨਾਮ ਬ੍ਰਹਮ ਹੈ ਤੇ ਉਹ ਬ੍ਰਹਮ ਜਿਹੜਾ ਉਹ ਜਾਂਦਾ ਆ ਜਾਂਦਾ ਇਹ ਜਾਂਦਾ ਨਹੀਂਗਾ। ਉਸ ਨੂੰ ਕਹਿ ਕੇ ਅਹੰ ਬ੍ਰਹਮ ਨਾ ਝੋਲੋ ਜਾਣਾ ਨੂੰ ਇਹ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਦੇ ਚੇਲਿਆਂ ਨੂੰ ਵੀ ਉਹ ਬ੍ਰਹਮ ਮੈਂ ਆ। ਅਹੰ ਬ੍ਰਹਮ ਨਾ ਜੋ ਲੋ ਜਾਣ ਤਬ ਲੋ ਦੀਨ ਦੁਖ ਤਪੈ ਮਨ। ਉਹਨਾਂ ਚਿਰ ਦੀਨ ਕਿਉਂ ਭੋਗਾਂ ਦੇ ਧੀਨ ਪਦਾਰਥਾਂ ਦੇ ਧੀਨ ਇਕੱਠੇ ਸੰਗ੍ਰਹਿ ਕਰਨ ਮੇ ਕਿਸੇ ਦੀ ਤ੍ਰਿਪਤੀ ਹੋਈ ਨਹੀਂ। ਅਹੰ ਬ੍ਰਹਮ ਨਾ ਜੋ ਲੋ ਜਾਣੈ ਤਬ ਲੋ ਦੀਨ ਭੋਗਾਂ ਦੇ ਅਧੀਨ ਦੁਖਤ ਪਾਣੇ ਚ ਵੀ ਦੁਖਤ ਤੇ ਚਲੇ ਜਾਣੇ ਸੇ ਵੀ ਦੁਖਤ ਭੈ ਜੰਮਣ ਮਰਨ ਦਾ ਇਹ ਤੋਂ ਮੁਕਤ ਨਹੀਂ ਹੋ ਸਕਦਾ। ਕਿੰਨਾ ਜਿਹਦਾ ਗੁਰੂ ਗੋਬਿੰਦ ਸਿੰਘ ਜੀ ਨੇ ਜੋਤ ਦਾ ਜ਼ਿਕਰ ਕੀਤਾ ਸੀ ਕਿ ਉਸ ਜੋਤ ਨੂੰ ਆਪਣੇ ਰੂਪ ਨਹੀਂ ਸੀ ਜਾਣਦਾ ਕਿ ਅਹੰ ਬ੍ਰਹਮ ਨਾ ਜੋ ਲੋ ਜਾਣ ਤਬ ਲੋ ਦੀਨ ਦੁਖ ਤਪੈ ਮਨ। ਉਹ ਜੋਤ ਕੌਣ ਹੈ? ਹੁਣ ਮੈਂ ਚੱਲ ਮੈਂ ਜੇ ਰੂਪ ਚ ਕਹੂੰਗਾ ਕਿਉਂਕਿ ਟਾਈਮ ਹੋ ਚੁੱਕਿਆ ਹੈ। ਜਿੰਨਾ ਕੁ ਆਪਾਂ ਵਿਚਾਰ ਕਰਦੇ ਉਹ ਜੋਤ ਦਾ ਕੀ ਸਰੂਪ ਹੈ। ਉਹ ਯਾਰ ਗੁਰੂਆਂ ਨੇ ਐਵੇਂ ਕਹਿ ਕੀ ਹੋਣੀ, ਗੁਰੂ ਐਵੇਂ ਨਹੀਂ ਕਹਿੰਦੇ, ਸੰਤ ਲੋਕ ਐਵੇਂ ਨਹੀਂ ਕਹਿੰਦੇ। ਉਹ ਕਹਿੰਦੇ ਜਿਹਦਾ ਅਨੁਭਵ ਨੇ ਆਇਆ ਤਾਂ ਉਹਦਾ ਜੋਤ ਕੀ ਕਿਹਾ ਕਿੱਥੇ ਹੈ। ਗੁਰੂਆਂ ਨੇ ਕਿਹਾ ਵੀ ਉਹ ਪ੍ਰਗਟ ਹੁੰਦੀ। ਨਾਨਕ ਜੀ ਮਹਾਰਾਜ ਦੀ ਬਾਣੀ ਕਹਿੰਦੀ ਕਿ ਹੱਬ ਸਮਾਨ ਜੋਤ। ਉਹ ਸਭ ਸਰੀਰਾਂ में मच्छर छोटे तो लेके हाथी घोड़ा दानव मानव ਮਨੁੱਖ ਸਭ ਦੇ ਵਿੱਚ ਸਮ ਇੱਕ ਰੂਪ ਕਰਕੇ ਇਕੱਠੀ ਵਿਆਪਕ ਹੈ। ਸਭ ਹੱਬ ਸਮਾਣੀ ਜੋਤ ਕਿਵੇਂ ਸਮਾਈ ਹੈ? ਆਖੇ ਜਿਉਂ ਜਲ ਘਟਾਓ ਚੰਦਰਮਾ ਭਰੇ ਹੋਏ ਪਾਣੀ ਦੇ ਘੜਿਆਂ ਦੇ ਵਿੱਚ ਇੱਕ ਹੀ ਚੰਦਰਮਾ ਆਕਾਸ਼ ਮੰਡਲ ਮੇ ਤੇ ਜਿਹੜੇ ਤੇ ਘੜੇ 'ਚ ਝਾਤੀ ਮਾਰਦੇ ਉਸੇ 'ਚ ਚੰਦਰਮਾ ਦੀ ਟਿੱਕੀ। ਜਿਹੜੇ ਘੜੇ 'ਚ ਝਾਤੀ ਮਾਰਦੇ ਉਸੇ 'ਚ ਚੰਦਰਮਾ ਦੀ ਟਿੱਕੀ। ਵੀ ਇੰਨੇ ਹੋ ਗਏ ਕਹਿੰਦੇ ਉਹਦੇ ਮੂਲ ਨੂੰ ਵਿਛਾਲੋ ਉਹ ਚੰਦਰਮਾ ਇੱਕ ਹੈ। ਇਸੇ ਤਰ੍ਹਾਂ ਬ੍ਰਹਮ ਸਤਾ ਇੱਕ ਹੈ। ਸਭ ਸਮਾਣੀ ਜੋ ਸਭ ਵਿੱਚ ਸਮਾਈ ਹੋਈ ਹੈ। ਜਿਉਂ ਜਲ ਘਟਾਓ ਚੰਦਰਮਾ ਭਰੇ ਹੋਏ ਪਾਣੀ ਦੇ ਘੜਿਆਂ ਦੇ ਵਿੱਚ ਜਿਵੇਂ ਹਰੇਕ ਚ ਚੰਦਰਮਾ ਹਰੇਕ ਬੁੱਧੀ ਦੇ ਅੰਤਰਗਤ ਅੰਤःਕਰਨ ਦੇ ਵਿੱਚ ਮੱਖੀ ਮੱਛਰ ਤੋਂ ਲੈ ਕੇ ਹਾਥੀ ਘੋੜੇ ਦੇ ਵਿੱਚ ਜਿਵੇਂ ਤੁਸੀਂ ਕਹੋਗੇ ਕਿ ਹਰੇਕ ਪਾਣੀ ਕੜਾਈਏ 'ਚ ਪਾਣੀ ਨਾਲੀ 'ਚ ਪਾਣੀ ਔਰ ਛੱਪੜ 'ਚ ਪਾਣੀ ਕੁੰਭ 'ਚ ਪਾਣੀ ਸਾਰਿਆਂ 'ਚ ਕੋਈ ਚੰਦਰਮਾ ਟਿੱਕੀ ਕੋਈ ਦੀਦੀ ਤੇ ਇੱਕੇ ਚੰਦਰਮਾ ਦੀ ਹੈ। ਐਸੇ ਤਰ੍ਹਾਂ ਮੱਖੀ ਮੱਛਰ ਦਾਨਵ ਮਾਨਵ ਤੇ ਸਭ ਦੇ ਵਿੱਚ ਇੱਕ ਹੀ ਚੇਤਨ ਸਤਾ ਬਾਸ ਰੂਪ ਕਰਕੇ ਮਾਲਮ ਪੜਦੀ। ਉਹ ਕਿਸ ਨੂੰ ਮਾਰਦੇ ਆ? ਆਪਣੇ ਆਪ ਨੂੰ ਹੀ ਮਾਰਦੇ ਆ। ਇਹਦੇ 'ਚ ਵੀ ਚਮਚਮ ਮੈਂ ਕਰ ਰਿਹਾ, ਉਹਦੇ 'ਚ ਵੀ ਚਮਚਮ ਮੈਂ ਕਰ ਰਿਹਾ। ਤੁਹਾਨੂੰ ਇਹ ਪਛਾਣ ਨਹੀਂ ਆਈ ਕਿ ਮੈਂ ਹੀ ਸਭ में ਹੱਬ ਸਮਾਣੀ ਜੋਤ। ਉਹ ਜੋਤ ਹੈ ਜਿਹੜੀ ਜੋਤੀ ਸਰੂਪ ਮੈਂ ਹੈ। ਜਿਸ ਨੇ ਇਸ ਨੂੰ ਜਾਣ ਲਿਆ ਉਹ ਜੋਤੀ ਸਰੂਪ ਕੀ ਹੈ?
कि मैं सतचित आनंद अविनाशी हूँ, मैं आत्म पुर का वासी हूँ, नहीं मात पिता का जाया हूँ, नहीं जन्म तार मैं आया हूँ। मैं सतचित आनंद अविनाशी हूँ, मैं आत्मपुर का वासी हूँ, नहीं मात पिता का जाया हूँ, नहीं जन्म तार मैं आया हूँ। मैं सतचित आनंद अविनाशी हूँ, मैं आत्मपुर का वासी हूँ, नहीं मात पिता का जाया हूँ, नहीं जन्म तार मैं आया हूँ। ओम शांति।